ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਤੇ मैं हाँ कुलदीप। ਅੱਜ 15ਵਾਂ ਦਿਨ ਹੈ ਬੀਐਡ ਬੇਰੁਜ਼ਗਾਰ ਅਧਿਆਪਕਾਂ ਨਾਲ ਧਰਨੇ ਤੇ ਬੈਠੇ ਹੋ ਜਲੰਧਰ ਵਿਖੇ। ਪ੍ਰਸ਼ਾਸਨ ਵੱਲੋਂ ਬਿਲਕੁਲ ਵੀ ਸਾਰ ਨਹੀਂ ਲਈ ਗਈ। ਅਸੀਂ ਤੁਹਾਨੂੰ ਦਿਖਾ ਦਈਏ ਕਿ ਦੋ ਬੀਐਡ ਬੇਰੁਜ਼ਗਾਰ ਅਧਿਆਪਕ ਟੈਂਕੀ ਉੱਪਰ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਆ, ਆਪਣੀ ਜਾਨ ਉੱਪਰ ਖੇਡ ਰਹੇ ਆ। ਪ੍ਰਸ਼ਾਸਨ ਵੱਲੋਂ ਚੇਤਾਵਨੀ ਵੀ ਲਿਖ ਕੇ ਲਗਾਈ ਹੋਈ ਹੈ ਕਿ ਇਹ ਟੈਂਕੀ ਬਹੁਤ ਪੁਰਾਣੀ ਆ, ਕੰਡਮ ਕਰਾਰ ਦਿੱਤੀ ਗਈ ਆ, कभी भी कोई हादसा हो सकता है। पर फिर भी बीएड पास अध्यापक उपर चढ़ के प्रदर्शन कर रहे हैं। प्रशासन वालों बिल्कुल भी सार नहीं ली गई। अभी पुलिस मुलाजम ने भी गलबात की है, उन्होंने सानू साडी जान का हवाला दे के उपर जाने तो मना कर दिता। पर जे आम बंदे की जान इन्नी कीमती है, जो बीएड पास अध्यापक उपर धरने ते बैठे आ, उन्होंने बारे सरकार क्यों नहीं सोच रही। ਤੁਸੀਂ ਦੇਖ ਰਹੇ ਹੋ ਰੋਡਵੇਜ਼ ਬੱਸ ਦੇ ਉੱਪਰ ਚਰਨਜੀਤ ਚੰਨੀ ਦੀ ਫੋਟੋ ਲਾ ਕੇ ਬੈਨਰ ਲੱਗਾ ਹੋਇਆ ਕਿ ਕਿਸਾਨੀ ਸੰਘਰਸ਼ ਮ੍ਰਿਤਕਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਏਗੀ। ਪਿਛਲੇ 5 ਸਾਲ ਤੋਂ ਬੇਰੁਜ਼ਗਾਰ ਅਧਿਆਪਕ ਆਪਣੀ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹੋਏ ਨੇ, ਟੈਂਕੀ ਉੱਪਰ ਚੜੇ ਨੇ। ਪ੍ਰਸ਼ਾਸਨ ਵੱਲੋਂ ਟੈਂਕੀ ਨੂੰ ਕੰਡੈਮ ਕਰਾਰ ਦਿੱਤਾ ਗਿਆ ਸੀ। ਕੀ ਮੌਜੂਦਾ ਸਰਕਾਰ ਇਸ ਚੀਜ਼ ਦੀ ਇੰਤਜ਼ਾਰ ਕਰ ਰਹੀ ਹੈ ਕਿ ਅਧਿਆਪਕ ਮਰਨ ਤੇ ਇਹਨਾਂ ਦੇ ਵਾਰਸਾਂ ਨੂੰ ਨੌਕਰੀ ਦਿੱਤੀ ਜਾਵੇ? ਕੀ ਸਰਕਾਰ ਇਸ ਚੀਜ਼ ਦਾ ਇੰਤਜ਼ਾਰ ਕਰ ਰਹੀ ਹੈ? ਪਿਛਲੇ 5 ਸਾਲ ਤੋਂ ਅਧਿਆਪਕ ਆਪਣੇ ਨੌਕਰੀ ਨੂੰ ਲੈ ਕੇ, ਆਪਣੀ ਪੋਸਟਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਆ। ਸਰਕਾਰ ਬਿਲਕੁਲ ਵੀ ਇਹਨਾਂ ਉੱਪਰ ਜਿਹੜਾ ਆ ਧਿਆਨ ਨਹੀਂ ਦੇ ਰਹੀ। ਅਸੀਂ ਤੁਹਾਨੂੰ ਦਿਖਾਉਂਦੇ ਆ ਉਹ ਟੈਂਕੀ ਜਿਹੜੀ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੰਡਮ ਕਰਾਰ ਦਿੱਤੀ ਗਈ ਸੀ, ਪਰ ਟੈਂਕੀ ਉੱਪਰ ਚੜ੍ਹ ਕੇ ਬੇਰੁਜ਼ਗਾਰ ਅਧਿਆਪਕ ਆਪਣਾ ਧਰਨਾ ਦੇ ਰਹੇ ਨੇ, ਰੋਜ਼ ਪ੍ਰਦਰਸ਼ਨ ਕਰ ਰਹੇ ਨੇ। ਆਓ ਟੈਂਕੀ ਦਿਖਾ ਰਹੇ ਤੁਹਾਨੂੰ। ਦੇਖੋ ਟੈਂਕੀ, ਦੇਖੋ ਟੈਂਕੀ ਦੀ ਹਾਲਤ ਦੇਖੋ, ਕਿੰਨੀ ਕੰਡਮ ਆ, ਕਿੰਨੀ ਤਰਸੋ, ਕਦੀ ਵੀ ਕੋਈ ਨਾ ਕੋਈ ਹਾਦਸਾ ਵਾਪਰ ਸਕਦਾ ਆ। ਅਧਿਆਪਕ ਕਿੰਨੇ ਮਜਬੂਰ ਹੋਣਗੇ ਜੋ ਆਪਣੀ ਜਾਨ ਤੇ ਖੇਡ ਕੇ ਟੈਂਕੀ ਉੱਪਰ ਚੜ੍ਹ ਕੇ ਧਰਨਾ ਦੇ ਰਹੇ ਨੇ। ਆਓ ਅਧਿਆਪਕਾਂ ਨਾਲ ਗੱਲਬਾਤ ਕਰਦੇ ਆ, ਜਾਣਦੇ ਆ ਜੀ ਜੋ ਉਹਨਾਂ ਦੀ ਕੱਲ ਮੀਟਿੰਗ ਫਿਕਸ ਹੋਈ ਸੀ, ਮੀਟਿੰਗ ਦਾ ਕੀ ਨਤੀਜਾ ਨਿਕਲਿਆ। ਕਾਂਗਰਸ ਸਰਕਾਰ ਹਾਏ 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 ਹਾਏ, ਸਿੱਖਿਆ ਮੰਤਰੀ ਹਾਏ 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 ਹਾਏ, ਮੰਗਾਂ ਨਹੀਂ ਮੰਨਦੇ ਹਾਏ 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 ਹਾਏ। ਕਾਂਗਰਸ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਬੀਐਡ ਪਾਸ ਯੂਨੀਅਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਡਮ, ਕੱਲ ਬੀਤੇ ਕੱਲ ਜੋ ਤੁਹਾਨੂੰ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਸੀ, ਮੀਟਿੰਗ ਹੋਈ ਸੀ, ਉਸ ਮੀਟਿੰਗ ਦਾ ਕੀ ਸਿੱਟਾ ਨਿਕਲਿਆ? ਸਰ, ਸਿੱਟਾ ਤਾਂ ਆਪਾਂ ਤਾਂ ਹੀ ਮੰਨ ਸਕਦੇ ਹਾਂ ਜੇ ਸਾਡੀ ਮੀਟਿੰਗ ਹੋਈ ਹੋਵੇ। ਸਾਨੂੰ ਕੱਲ ਫਿਰ ਲਾਰਾ ਮਿਲਿਆ। ਪਰਸੋਂ ਪਹਿਲਾਂ ਮੀਟਿੰਗ ਹੋਈ ਰੱਖੀ ਗਈ ਸੀ 9 ਤਰੀਕ ਨੂੰ। ਉਸ ਦਿਨ ਕਿਹਾ ਗਿਆ ਵੀ ਕੱਲ ਤੁਹਾਡੀ ਮੀਟਿੰਗ ਫਿਕਸ ਹੋਏਗੀ। ਕੱਲ ਵੀ 7 ਵਜੇ ਤੱਕ ਸਾਡੇ ਸਾਥੀ ਵੇਟ ਕਰਦੇ ਰਹੇ, ਪਰ ਕੱਲ 7 ਵਜੇ ਫਿਰ ਕਿਹਾ ਗਿਆ ਵੀ ਮੀਟਿੰਗ ਨਹੀਂ ਹੋ ਰਹੀ। ਕੀ ਕਾਰਨ ਆ ਜੋ ਸਰਕਾਰ ਬਾਰ-ਬਾਰ ਲਾਰਾ ਲਾ ਰਹੀ ਆ, ਅਧਿਆਪਕਾਂ ਦੀ ਕੋਈ ਸਾਰ ਨਹੀਂ ਲੈ ਰਹੀ? ਹਾਂਜੀ ਸਰ, ਬਿਲਕੁਲ ਬੇਰੁਜ਼ਗਾਰ ਅਧਿਆਪਕਾਂ ਦੀ ਤਾਂ ਬਿਲਕੁਲ ਸਾਰ ਨਹੀਂ ਲਈ ਜਾ ਰਹੀ। ਕੱਲ ਵੀ ਦੇਰ ਰਾਤ 7 ਵਜੇ ਦੇ ਕਰੀਬ ਕੈਬਨਿਟ ਮੀਟਿੰਗ ਹੋਈ ਹੈ, ਉਹਦੇ ਵਿੱਚ ਵੀ ਸਾਡਾ ਕੋਈ ਮੁੱਦਾ ਨਹੀਂ ਚੱਕਿਆ ਗਿਆ। ਬੇਰੁਜ਼ਗਾਰਾਂ ਦਾ ਬਿਲਕੁਲ ਹੀ ਨਜ਼ਰਅੰਦਾਜ਼ ਕੀਤਾ ਗਿਆ। ਸਿਰਫ ਕਿਸਾਨੀ ਮਸਲੇ ਬਾਰੇ ਉਹਦੇ ਵਿੱਚ ਗੱਲ ਕੀਤੀ ਗਈ ਹੈਗੀ। ਸਰ, ਲਾਰੇ ਤੇ ਲਾਰਾ ਲੱਗੀ ਜਾ ਰਿਹਾ, ਬਸ ਇਹਨਾਂ ਨੇ ਟਾਈਮ ਟਮਾਉਣਾ ਟਪਾ ਰਹੇ ਨੇ। ਜਿਵੇਂ ਕਿ ਚੋਣਾਂ ਲਾਗੇ ਆਉਣ ਵਾਲੀਆਂ ਨੇ, ਸਰਕਾਰ ਵੱਲੋਂ ਹਰ ਵਰਗ ਨੂੰ ਕਿਹਾ ਜਾ ਰਿਹਾ ਤੁਹਾਨੂੰ ਆਹ ਚੀਜ਼ ਫ੍ਰੀ ਦੇਵਾਂਗੇ, ਆਹ ਚੀਜ਼ ਫ੍ਰੀ ਦੇਵਾਂਗੇ, ਪਰ ਅਧਿਆਪਕ ਵਰਗ ਬਾਰੇ ਕਿਤੇ ਵੀ ਕੋਈ ਗੱਲ ਨਹੀਂ ਕੀਤੀ ਜਾ ਰਹੀ। ਕਿਤੇ ਵੀ ਕੋਈ ਪੋਸਟਾਂ ਨੂੰ ਲੈ ਕੇ ਜਾਂ ਨਵੇਂ ਸਕੂਲ ਨੂੰ ਲੈ ਕੇ, ਐਜੂਕੇਸ਼ਨ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ। ਇਸ ਬਾਰੇ ਤੁਹਾਡਾ ਹੀ ਕਹਿਣਾ ਹੈ? ਸਰ, ਇਹਨਾਂ ਨੇ ਸਿਰਫ ਇੱਕ ਜਨਤਾ ਨੂੰ ਭਿਖਾਰੀ ਬਣਾ ਰੱਖਿਆ ਹੈਗਾ। ਠੀਕ ਹੈ ਵੀ ਆਪਣੇ ਲੋਕ ਭੋਲੇ ਬਹੁਤ ਨੇ, ਹਰ ਇੱਕ ਚੀਜ਼ ਕਹਿੰਦੇ ਨੇ ਬਿਜਲੀ ਫ੍ਰੀ ਦੇਵਾਂਗੇ, ਰਾਸ਼ਨ ਫ੍ਰੀ ਦੇਵਾਂਗੇ। ਸਾਡੇ ਲੋਕ ਵੋਟਾਂ ਪਾਉਂਦੇ ਨੇ ਪਰ ਪੜ੍ਹੇ ਲਿਖਿਆਂ ਬਾਰੇ ਕੁਝ ਨਹੀਂ ਸੋਚਦੇ। ਇਹਨਾਂ ਨੂੰ ਪਤਾ ਜੇ ਪੜ੍ਹੇ ਲਿਖਿਆਂ ਨੂੰ ਅਸੀਂ ਰੁਜ਼ਗਾਰ ਦੇਵਾਂਗੇ, ਇਹ ਅੱਗੇ ਜਾ ਕੇ ਬੱਚਿਆਂ ਨੂੰ ਵੀ ਉਹੋ ਜਿਹੀ ਸਿੱਖਿਆ ਦੇਣਗੇ ਤੇ ਬੱਚੇ ਵੀ ਇਹਨਾਂ ਵਾਂਗੂ ਸਾਡੇ ਕੋਲ ਸਵਾਲ ਕਰਨਗੇ। ਤੁਹਾਨੂੰ ਲੱਗ ਰਿਹਾ ਕਿ ਸਰਕਾਰ ਇਹ ਜਾਣਬੁੱਝ ਕੇ ਸਭ ਕੁਝ ਕਰ ਰਹੀ ਹੈ? ਹਾਂਜੀ ਸਰ, ਬਿਲਕੁਲ ਸਰਕਾਰ ਜਾਣਬੁੱਝ ਕੇ ਕਰ ਰਹੀ ਹੈ, ਕਿਉਂਕਿ ਆਪਣੀਆਂ ਨੀਤੀਆਂ ਖੇਡ ਰਹੀ ਹੈਗੀ। ਰੁਜ਼ਗਾਰ ਵੱਲ ਤਾਂ ਕਿਸੇ ਵੱਲ ਧਿਆਨ ਨਹੀਂ ਦੇ ਰਹੀ। ਜਾਣੀ ਕਿ ਸੱਤਾ 'ਚ ਤਾਂ ਹੀ ਆਈ ਸੀ ਵੀ ਰੁਜ਼ਗਾਰ ਦੇਵਾਂਗੇ ਘਰ ਘਰ, ਪਰ ਇਹ ਬੇਰੁਜ਼ਗਾਰੀ ਦੇ ਰਹੀ ਹੈ ਘਰ ਘਰ ਹੀ। ਤੁਹਾਡੇ ਵੱਲੋਂ 12 ਤਰੀਕ ਨੂੰ ਅਲਟੀਮੇਟ ਦਿੱਤਾ ਗਿਆ ਸੀਗਾ ਕਿ ਸਰਕਾਰ ਕੋਈ ਸਾਰ ਨਾ ਲੈ ਗਈ, ਅਸੀਂ 12 ਤਰੀਕ ਨੂੰ ਵੱਡਾ ਐਕਸ਼ਨ ਕਰਾਂਗੇ, ਤੇ ਅੱਜ ਤੱਕ ਕੋਈ ਸਰਕਾਰ ਵੱਲੋਂ ਤਾਂ ਨੋਟੀਫਿਕੇਸ਼ਨ ਜਾਰੀ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਸਾਰ ਲੈਣ ਨਹੀਂ ਆਇਆ। ਤੁਹਾਡਾ ਕੱਲ ਕੀ ਕਦਮ ਰਹੇਗਾ? ਹਾਂਜੀ ਸਰ, ਬਿਲਕੁਲ। ਨਾਲੇ ਸਰਕਾਰ ਨੂੰ ਪਤਾ ਵੀ ਕੱਲ ਨੂੰ ਸਾਡਾ ਐਕਸ਼ਨ ਹੋ ਰਿਹਾ। ਹਾਲੇ ਤੱਕ ਕੋਈ ਉੱਚ ਅਧਿਕਾਰੀ ਦੀ ਕੋਈ ਨਹੀਂ ਆਇਆ ਵੀ ਤੁਹਾਡੀ ਮੀਟਿੰਗ ਫਿਕਸ ਹੋ ਰਹੀ ਹੈ ਜਾਂ ਨਹੀਂ। ਅਸੀਂ ਕੱਲ ਨੂੰ ਗੁਪਤ ਐਕਸ਼ਨ ਕਰਨ ਜਾ ਰਹੇ ਹਾਂ, ਜੋ ਕਿ ਬਹੁਤ ਮਤਲਬ ਵੱਡੇ ਪੱਧਰ ਤੇ ਹੋਵੇਗਾ। ਉਹਦੇ ਵਿੱਚ ਸਾਡਾ ਜਾਨੀ ਮਾਲੀ ਜੋ ਵੀ ਨੁਕਸਾਨ ਹੋਵੇਗਾ ਉਹਦੇ ਵਿੱਚ ਦੀ ਸਰਕਾਰ ਜ਼ਿੰਮੇਵਾਰ ਹੋਵੇਗੀ। ਜੋ ਅਸੀਂ ਐਕਸ਼ਨ ਦੀ ਗੱਲ ਕਰ ਰਹੇ ਹੋ, ਜਲੰਧਰ 'ਚ ਹੋਏਗਾ ਜਾਂ ਕਿਸੇ ਹੋਰ ਸ਼ਹਿਰ 'ਚ ਹੋਏਗਾ? ਬਿਲਕੁਲ ਸਰ, ਹੋਵੇਗਾ ਜਲੰਧਰ 'ਚ, ਪਰ ਗੁਪਤ ਐਕਸ਼ਨ ਹੋਵੇਗਾ ਜੀ। ਹਾਏ 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 ਹਾਏ, ਐਸਐਸਟੀ ਪੰਜਾਬੀ ਹਿੰਦੀ ਦੀਆਂ ਪੋਸਟਾਂ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ। ਬੀਐਡ ਪਾਸ ਯੂਨੀਅਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਪੰਜਾਬ
ਅੰਕਲ ਸਰ, ਪਰਵਿੰਦਰ ਸਿੰਘ ਜੀ ਮੇਰਾ ਨਾਮ, ਬੀਏ ਟੈਟ ਪਾਸ ਹੋਣੀ। ਜਿਸ ਤਰ੍ਹਾਂ ਸਰਕਾਰ ਅਧਿਆਪਕਾਂ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰ ਰਹੀ ਆ, ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ? ਸਰ ਸਰਕਾਰ ਕਦੇ ਵੀ ਨਹੀਂ ਚਾਹੂਗੀ ਕਿ ਐਜੂਕੇਸ਼ਨ ਬੱਚਿਆਂ ਨੂੰ ਮਿਲੇ। ਉਹਨਾਂ ਦਾ ਸਾਡਾ ਪੋਸਟਾਂ ਨਾ ਕੱਢਣ ਦਾ ਇਹੀ ਮਕਸਦ ਹੈ ਕਿ ਐਸਐਸ ਬੱਚਾ ਜਿਹੜਾ ਐਸਐਸ ਸਬਜੈਕਟ ਆ ਉਹ ਬੱਚਾ ਨਾ ਪੜ੍ਹੇ, ਕਿਉਂਕਿ ਜੇ ਅਸੀਂ ਐਸਐਸ ਸਬਜੈਕਟ 'ਚ ਲੋਕ ਅਧਿਕਾਰ ਵੀ ਆਉਂਦੇ ਆ, ਪੋਲੀਟੀਕਲ ਸਾਇੰਸ ਵੀ ਆਉਂਦੀ ਹੈ। ਜੇ ਉਹ ਬੱਚਾ ਪੜ੍ਹੂਗਾ ਤਾਂ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਊਗਾ। ਉਹਨਾਂ ਨੂੰ ਇਹ ਚੀਜ਼ ਆ ਵੀ ਕਦੇ ਵੀ ਕਰਤਾਰ ਸਿੰਘ ਸਰਾਭਾ ਜਾਂ ਭਗਤ ਸਿੰਘ ਵਰਗੇ ਇਸ ਦੇਸ਼ 'ਚ ਬੱਚੇ ਨਾ ਪੈਦਾ ਹੋਣ ਤੇ ਉਹ ਅਨਪੜ੍ਹ ਹੀ ਰਹਿਣ, ਤੇ ਅਸੀਂ ਹਮੇਸ਼ਾ ਇਹਨਾਂ ਤੇ ਐਂ ਵੀ ਝੂਠੇ ਲਾਰੇ ਲਾ ਕੇ ਅਸੀਂ ਹਮੇਸ਼ਾ ਰਾਜ ਕਰਦੇ ਰਹੀਏ। ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਜਾਣਬੁੱਝ ਕੇ ਸੋਸ਼ਲ ਸਮਾਜਿਕ ਸਿੱਖਿਆ ਜੋ ਸਬਜੈਕਟ ਵਿਸ਼ਾ ਆ ਉਹਨੂੰ ਨਜ਼ਰਅੰਦਾਜ਼ ਕਰ ਰਹੀ ਆ, ਤਾਂ ਕਿ ਜੇ ਨੌਜਵਾਨ ਅੱਗੇ ਪੜ੍ਹ ਕੇ ਆਪਣੇ ਹੱਕਾਂ ਦੀ ਗੱਲ ਨਾ ਕਰ ਸਕਣ। ਹਾਂਜੀ ਸਰ, ਬਿਲਕੁਲ ਇਹੀ, ਕਿਉਂਕਿ ਸੋਸ਼ਲ ਸਟੱਡੀ ਇੱਕ ਇਹੋ ਜਿਹਾ ਸਬਜੈਕਟ ਹੈ ਜਿਹਦੇ 'ਚ ਅਸੀਂ ਸਿੱਖਦੇ ਹਾਂ ਵੀ ਲੋਕਤੰਤਰ ਕੀ ਹੈ, ਸਾਡੇ ਅਧਿਕਾਰ ਕੀ ਹੈ। ਕਿਉਂਕਿ ਜੇ ਬੱਚਾ ਸੋਸ਼ਲ ਸਟੱਡੀ ਸਬਜੈਕਟ ਹੀ ਨਹੀਂ ਪੜ੍ਹੂਗਾ ਤਾਂ ਉਸਨੂੰ ਉਹਦੇ ਆਪਣੇ ਅਧਿਕਾਰਾਂ ਬਾਰੇ ਜਾਂ ਜੋ ਵੀ ਰਾਜਨੀਤੀ ਬਾਰੇ ਕੋਈ ਸਮਝ ਨਹੀਂ ਆਊਗੀ। ਤਾਂ ਸਰਕਾਰ ਦਾ ਮੇਨ ਮਕਸਦ ਇਹਦੇ ਪਿੱਛੇ ਇਹੀ ਆ ਕਿ ਬੱਚੇ ਜਿਹੜੇ ਆਉਣ ਵਾਲੀ ਪੀੜ੍ਹੀ ਆ ਉਹ ਕਦੇ ਵੀ ਰਾਜਨੀਤੀ ਬਾਰੇ ਨਾ ਸਮਝ ਰੱਖਣ, ਤੇ ਅਸੀਂ ਉਹਨਾਂ ਨੂੰ ਉੱਲੂ ਬਣਾ ਕੇ ਅਸੀਂ ਆਪਣਾ ਰਾਜ ਇਸੇ ਤਰ੍ਹਾਂ ਹੀ ਕਰਦੇ ਰਹੀਏ। ਇਸ ਤਰ੍ਹਾਂ ਸਰਕਾਰ ਜਦੋਂ ਕਾਂਗਰਸ ਸਰਕਾਰ ਸੱਤਾ 'ਚ ਆਈ ਸੀ 5 ਸਾਲ ਪਹਿਲਾਂ, ਉਹਨਾਂ ਨੇ ਕਿਹਾ ਸੀ ਘਰ ਘਰ ਨੌਕਰੀ ਦੇਵਾਂਗੇ ਤੇ ਕੱਚੇ ਮੁਲਾਜ਼ਮ ਪੱਕੇ ਕਰਾਂਗੇ। ਪੌਣੇ 5 ਸਾਲ ਬੀਤ ਗਏ ਨੇ, ਮੁੱਖ ਮੰਤਰੀ ਦਾ ਚਿਹਰਾ ਬਦਲ ਗਿਆ। ਪਹਿਲਾਂ ਕੈਪਟਨ ਸਾਹਿਬ ਸੀ, ਪੌਣੇ 5 ਸਾਲ ਉਹਨਾਂ ਨੇ ਸੀਐਮ ਰਹੇ ਆ, ਹੁਣ ਚੰਨੀ ਨੇ। ਕਿ ਚਿਹਰਾ ਬਦਲਣ ਨਾਲ ਸਰਕਾਰ ਦੀਆਂ ਨੀਤੀਆਂ ਬਦਲੀਆਂ ਜਾਂ ਉਵੇਂ ਦੀਆਂ ਉਵੇਂ ਹੀ ਆ? ਨਹੀਂ ਸਰ, ਚਿਹਰਾ ਬਦਲਣਾ ਕੁਝ ਵੀ ਨਹੀਂ ਹੁੰਦਾ। ਅਸਲ ਵਿੱਚ ਤਾਂ ਸਰਕਾਰ ਦੀਆਂ ਨੀਤੀਆਂ ਪਾਲਸੀਆਂ ਬਦਲਣੀਆਂ ਚਾਹੀਦੀਆਂ ਹੁੰਦੀਆਂ। ਇਹਨਾਂ ਨੇ ਸਿਰਫ ਇੱਕ ਚਿਹਰਾ ਬਦਲਿਆ। ਕੈਪਟਨ ਅਮਰਿੰਦਰ ਸਿੰਘ ਜੋ ਕਰ ਰਹੇ ਸੀਗੇ ਉਹ ਚੰਨੀ ਸਾਹਿਬ ਵੀ ਉਹੀ ਕਰ ਰਹੇ ਨੇ, ਬਸ ਸਿਰਫ ਇਹ ਇਕੱਲੇ ਐਲਾਨ ਕਰ ਰਹੇ ਨੇ। ਜਿਵੇਂ ਤੁਸੀਂ ਮੈਨੂੰ ਗੱਲ ਕਰੀਏ ਵੀ ਕੱਚੇ ਮੁਲਾਜ਼ਮ ਵਾਲੀ, ਉਹ ਸਿਰਫ ਵੀ ਐਲਾਨ ਹੀ ਹੋਇਆ ਹੈਗਾ। ਉਹਦਾ ਕਦੋਂ ਨੋਟੀਫਿਕੇਸ਼ਨ ਜਾਰੀ ਹੁੰਦਾ ਜਾਂ ਉਹ ਬਿੱਲ ਵਿਧਾਨ ਸਭਾ 'ਚ ਪੇਸ਼ ਹੋ ਕੇ ਪਾਸ ਹੁੰਦਾ, ਲਾਗੂ ਹੁੰਦਾ, ਤਾਂ ਅਸੀਂ ਫੇਰ ਮੰਨਾਂਗੇ ਹਾਂ ਵੀ ਕੱਚੇ ਮੁਲਾਜ਼ਮ ਨੂੰ ਪੱਕੇ ਕਰ ਰਹੇ ਹੈਗੇ। ਤੇ ਤੁਸੀਂ ਦੂਸਰੀ ਗੱਲ ਪੁੱਛੇ ਵੀ ਬੇਰੁਜ਼ਗਾਰ ਨੂੰ ਘਰ ਘਰ ਨੌਕਰੀ ਦੀ ਗੱਲ ਕਰੀਏ, ਜੇ ਇਹਨਾਂ ਨੇ ਨੌਕਰੀਆਂ ਦਿੱਤੀਆਂ ਸਰਕਾਰ ਨੇ ਤਾਂ ਸਿਰਫ ਆਪਦੇ ਰਿਸ਼ਤੇਦਾਰਾਂ ਨੂੰ ਦਿੱਤੀਆਂ। ਜਿਵੇਂ ਆਪਣੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ, ਉਹਨਾਂ ਦੇ ਮਤਲਬ ਕਿ ਰਿਸ਼ਤੇਦਾਰ ਨੂੰ ਏਜੀ ਲਾਇਆ ਹੋਇਆ। ਨੌਕਰੀਆਂ ਸਿਰਫ ਉਹਨਾਂ ਵਾਸਤੇ ਨੇ, ਸਾਡੇ ਬੇਰੁਜ਼ਗਾਰਾਂ ਵਾਸਤੇ ਕੁਛ ਨਹੀਂ। ਸਾਡੇ ਪੱਲੇ ਸਿਰਫ ਧਰਨੇ ਨੇ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਤੇ ਅਸੀਂ ਬਸ ਕੱਲ੍ਹ ਨੂੰ ਸਰਕਾਰ ਨੂੰ ਇਹ ਸਾਬਤ ਕਰ ਦੇਣਾ ਕਿ ਅਸੀਂ ਰੁਜ਼ਗਾਰ ਲੈ ਕੇ ਹੀ ਜਾਵਾਂਗੇ ਕੱਲ੍ਹ ਦੇ ਐਕਸ਼ਨ 'ਚ। ਬੀਤੇ ਕੱਲ੍ਹ ਤੁਹਾਨੂੰ ਮੀਟਿੰਗ ਵਾਸਤੇ ਟਾਈਮ ਦਿੱਤਾ ਗਿਆ ਸੀ, ਜੋ ਮੀਟਿੰਗ ਹੋਈ, ਮੀਟਿੰਗ ਦਾ ਕੀ ਸਿੱਟਾ ਨਿਕਲਿਆ? ਨਹੀਂ ਸਰ, ਸਾਡੀ ਕੋਈ ਮੀਟਿੰਗ ਨਹੀਂ ਹੋਈ। ਕੱਲ੍ਹ ਦੀ ਸਾਡੀ ਫਿਕਸ ਡੇਟ ਸੀਗੀ, ਪਰ ਸਰਕਾਰ ਫਿਰ ਸਾਥੋਂ ਇੱਕ ਵਾਰੀ ਮੀਟਿੰਗ ਤੋਂ ਭੱਜਦੀ ਨਜ਼ਰ ਆਈ ਆ। ਸਾਡੇ ਨਾਲ ਕੱਲ੍ਹ ਨਈ ਮੀਟਿੰਗ ਕੀਤੀ ਗਈ। ਸਾਡਾ ਕੱਲ੍ਹ ਦਾ ਇਲੈਕਸ਼ਨ ਲਾਣਾ ਹੀ ਹੋਇਆ, ਫਿਰ ਵੀ ਸਾਡੀ ਸਰਕਾਰ ਨੇ ਕੋਈ ਸਾਰ ਨਹੀਂ ਲਈ, ਨਾ ਹੀ ਸਾਡੀ ਮੀਟਿੰਗ ਕਰੀ ਆ ਤੇ ਨਾ ਹੀ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਵੀ ਹਾਲੇ ਲਿਖਤੀ ਰੂਪ ਵਿੱਚ ਜਾਂ ਕਿਵੇਂ ਵੀ ਭਰੋਸਾ ਨਹੀਂ ਦਿੱਤਾ ਕਿ ਸਾਡੀ ਕੱਲ੍ਹ ਨੂੰ ਮੀਟਿੰਗ ਹੋਊਗੀ ਜਾਂ ਨਹੀਂ ਹੋਊਗੀ। ਇਹ ਪੰਜਾਬ 'ਚ ਹਰ ਵਰਗ ਦੀ ਗੱਲ ਕਰੀਏ, ਕਿਸਾਨ ਤੋਂ ਲੈ ਕੇ, ਪਹਿਲਾਂ ਕਿਸਾਨ ਲਗਭਗ 1 ਸਾਲ ਹੋ ਗਿਆ ਧਰਨੇ ਤੇ ਬੈਠੇ ਨੂੰ, ਫਿਰ ਅਧਿਆਪਕ ਧਰਨੇ ਤੇ ਬੈਠੇ ਆ, ਫਿਰ ਆਂਗਣਵਾੜੀ ਵਰਕਰ ਧਰਨੇ ਤੇ ਬੈਠੇ ਆ, ਹੁਣ ਸਟਾਫ ਨਰਸ ਧਰਨੇ ਤੇ ਬੈਠੀ ਆ। ਕੀ ਸਾਨੂੰ ਆਪਣੇ ਹੱਕ ਲੈਣ ਲਈ ਧਰਨਾ ਹੀ ਲਾਣਾ ਪਏਗਾ? ਸਰ ਅੱਜ ਕੱਲ੍ਹ ਦਾ ਸਿਸਟਮ, ਸਮਾਜ ਜਾਂ ਸਰਕਾਰਾਂ ਸਭ ਕੁਝ ਇਸੇ ਤਰ੍ਹਾਂ ਹੀ ਹੋ ਗਿਆ ਕਿ ਸਰਕਾਰਾਂ ਚੁੱਪ ਚਪੀਤੇ ਕੁਝ ਵੀ ਨਹੀਂ ਦਿੰਦੀਆਂ। ਤੇ ਹੁਣ ਮੰਨ ਲਓ ਅਸੀਂ ਹੁਣ ਧਰਨੇ ਲਾ ਰਹੇ ਹਾਂ, ਅਸੀਂ ਹੁਣ ਬਹੁਤ ਪ੍ਰੋਟੈਸਟ ਕਰ ਰਹੇ ਹਾਂ। ਜਦੋਂ ਧਰਨੇ ਲਾ ਕੇ ਕੁਝ ਨਹੀਂ ਮਿਲ ਰਿਹਾ ਤੇ ਘਰੇ ਬੈਠਣ ਨੂੰ ਸਾਨੂੰ ਕਿਹਨੇ ਕੁਝ ਵੀ ਦੇਣਾਗਾ? ਅਸੀਂ ਆਪਦੇ ਹੱਕਾਂ ਲਈ ਇੰਨਾ ਲੜ ਰਹੇ ਹਾਂ। ਭੁੱਖ ਹੜਤਾਲ ਵੀ ਸਾਡੇ ਸਾਥੀ 5 ਹਰ ਰੋਜ਼ ਰੱਖਦੇ ਨੇ। ਸਾਡੇ ਮਨੀਸ਼ ਫਾਜ਼ਿਲਕਾ ਸਾਥੀ 21 ਅਗਸਤ ਤੋਂ ਪਹਿਲਾਂ ਸੰਗਰੂਰ ਤੇ ਟੈਂਕੀ ਤੇ ਬੈਠੇ ਰਹੇ ਆ ਤੇ 28 ਅਗਸਤ ਤੋਂ ਜਲੰਧਰ ਬੈਠੇ ਰਹੇ। ਜਦੋਂ ਸਾਡਾ ਇੰਨਾ ਸੰਘਰਸ਼ ਹੋਣ ਦੇ ਬਾਵਜੂਦ ਨਹੀਂ ਸਾਨੂੰ ਕੁਝ ਵੀ ਮਿਲ ਰਿਹਾ, ਤੇ ਅਸੀਂ ਇਹ ਆਸ ਨਹੀਂ ਕਰਦੇ ਸਰਕਾਰ ਤੋਂ ਵੀ ਸਾਨੂੰ ਘਰ ਬੈਠੇ ਚੁੱਪ ਚਪੀਤੇ ਸਾਨੂੰ ਵੀ ਸਹੂਲਤਾਂ ਦੇਊਗੀ ਜਾਂ ਸਾਨੂੰ ਅਧਿਕਾਰ ਆ, ਜੋ ਵੀ ਸਾਨੂੰ ਰੁਜ਼ਗਾਰ ਆ, ਐਲੀਜੀਬਿਲਿਟੀ ਦੇ ਅਧਿਕਾਰ ਤੇ ਸਾਨੂੰ ਦੇਊਗੀ। ਸਾਨੂੰ ਇਸੇ ਲਈ ਮਜਬੂਰ ਹੋ ਕੇ ਧਰਨੇ ਲਾਉਣੇ ਪੈ ਰਹੇ ਆ ਤੇ ਸਾਨੂੰ ਇਹ ਜੋ ਹੱਲ ਵੀ ਹੋਣਾ ਉਹ ਵੀ ਧਰਨੇ ਰਾਹੀਂ ਹੋਣਾ। ਜਿਹੜੀ ਟੈਂਕੀ ਦੇ ਉੱਪਰ ਤੁਹਾਡੇ 2 ਅਧਿਆਪਕ ਸਾਥੀ ਧਰਨਾ ਦੇ ਰਹੇ ਆ, ਪ੍ਰਸ਼ਾਸਨ ਵੱਲੋਂ ਉਹਨੂੰ ਕੰਡਮ ਕਰਾਰ ਦਿੱਤਾ ਗਿਆ ਆ। ਟੈਂਕੀ ਦੀ ਹਾਲਤ ਵੀ ਇੰਨੀ ਖਸਤਾ ਆ, ਕਿਸੇ ਟਾਈਮ ਵੀ ਕੋਈ ਹਾਦਸਾ ਵਾਪਰ ਸਕਦਾ ਹੈ, ਪਰ ਫਿਰ ਵੀ ਅਧਿਆਪਕ ਸਾਥੀ ਮਜਬੂਰ ਹੋ ਕੇ ਟੈਂਕੀ ਉੱਪਰ ਧਰਨਾ ਦੇ ਰਹੇ ਆ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਰ ਸਾਡੀ ਨਾ ਮਜਬੂਰੀ ਬਣ ਚੁੱਕੀ ਹੈ। ਜੋ ਮਨੀਸ਼ ਫਾਜ਼ਿਲਕਾ ਸਾਡਾ ਸਾਥੀ 21 ਅਗਸਤ ਤੋਂ ਟੈਂਕੀ ਉੱਤੇ ਬੈਠਾ ਸੀ, ਪਹਿਲਾਂ ਸੰਗਰੂਰ, ਹੁਣ 28 ਅਗਸਤ ਤੋਂ ਜਲੰਧਰ ਤੇ ਬੈਠਾ ਹੈ, ਉਹ ਵੀ ਮਰਨ ਕੰਡਾਰੀ ਹੈ। ਕਿਉਂਕਿ ਉਹਦਾ ਮਾਂ ਪਿਓ ਬਜ਼ੁਰਗ, ਮਾਪੇ ਬਹੁਤ ਬਜ਼ੁਰਗ ਹੋ ਚੁੱਕੇ, ਉਸਦੇ ਕੋਲ ਰੁਜ਼ਗਾਰ ਹੈ ਨਹੀਂ ਗਾ। ਇਸੇ ਲਈ ਵੀ ਉਹਦੀ ਜਾਨ ਜੋਖਮ ਵੀ, ਉਹਦੇ ਜਦੋਂ ਰੁਜ਼ਗਾਰ ਹੈ ਨਹੀਂ ਉਹਦੇ ਕੋਲ, ਵੀ ਉਹਦੀ ਜਾਨ ਨਿਕਲਣ ਵਾਲੀ ਹੈ। ਤੇ ਜੇ ਉੱਥੇ ਨਿਕਲ ਜੂ ਤਾਂ ਵੀ ਉਸ ਨੂੰ ਕੋਈ ਦਿੱਕਤ ਨਹੀਂ। ਤੇ ਬਾਕੀ ਜਿੱਥੋਂ ਤੱਕ ਜੇ ਉਸ ਨੂੰ ਕੁਝ ਵੀ ਹੁੰਦਾ ਗਾ, ਉਹ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਆ, ਪੰਜਾਬ ਗੌਰਮੈਂਟ ਦੀ ਹੋਊਗੀ, ਇੱਥੋਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀ ਹੋਊਗੀ। ਤੁਹਾਡੇ ਯੂਨੀਅਨ ਵੱਲੋਂ 12 ਤਰੀਕ ਦਾ ਸਰਕਾਰ ਨੂੰ ਅਲਟੀਮੇਟ ਦਿੱਤਾ ਗਿਆ ਸੀਗਾ, ਅਗਰ 12 ਤਰੀਕ ਦਾ ਪ੍ਰਸ਼ਾਸਨ ਕੋਈ ਐਕਸ਼ਨ ਨਹੀਂ ਲੈਂਦਾ ਤੁਹਾਡੇ ਵੱਲੋਂ ਵੱਡੀ ਕਾਰਵਾਈ ਕੀਤੀ ਜਾਏਗੀ। ਕੀ ਉਹ ਕਾਰਵਾਈ ਜਲੰਧਰ 'ਚ ਸ਼ਹਿਰ 'ਚ ਹੋਏਗੀ ਜਾਂ ਕਿ ਪੰਜਾਬ ਦੇ ਕਿਸੇ ਹੋਰ ਸ਼ਹਿਰ 'ਚ ਹੋਏਗੀ? ਨਹੀਂ ਸਰ, ਉਹ ਕਾਰਵਾਈ ਬਿਲਕੁਲ ਜਲੰਧਰ ਸ਼ਹਿਰ ਵਿੱਚ ਹੋਊਗੀ, ਪਰ ਸਾਡੀ ਇੱਥੋਂ ਦੀ ਕਾਰਵਾਈ ਸਾਡੀ ਇੱਥੋਂ ਅਸੀਂ ਆਤਮਦਾਹ ਵੀ ਕਰ ਸਕਦੇ ਹਾਂ, ਕੁਝ ਵੀ ਕਰ ਸਕਦੇ ਹਾਂ, ਪਰ ਅਸੀਂ ਆਪਣਾ ਕੱਲ੍ਹ ਨੂੰ ਆਪਦਾ ਨੋਟੀਫਿਕੇਸ਼ਨ ਜਾਂ ਅਸੀਂ ਐਲਾਨ ਕਰਵਾ ਕੇ ਹੀ ਜਾਵਾਂਗੇ। ਸਾਥੋਂ ਭਾਵੇਂ ਜੋ ਸਾਡੇ ਤੋਂ ਐਕਸ਼ਨ ਹੋਇਆ, ਗੁਪਤ ਐਕਸ਼ਨ ਹੋਇਆ, ਜੋ ਜਿੱਥੋਂ ਤੱਕ ਹੋਇਆ, ਅਸੀਂ ਜਾਣ ਦੇ ਤੱਕ ਵੀ ਅਸੀਂ ਪਰਹੇਜ਼ ਨਹੀਂ ਕਰਾਂਗੇ। ਇਹ ਸਨ ਬੇਰੁਜ਼ਗਾਰ ਅਧਿਆਪਕ ਜੋ ਆਪਣੀ ਜਾਨ ਜੋਖਿਮ ਤੇ ਲਾ ਕੇ ਟੈਂਕੀ ਉੱਪਰ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਆ। ਖੁਦ ਸੋਚੋ ਬੰਦਾ ਕਿੰਨਾ ਮਜਬੂਰ ਹੋਏਗਾ ਜੋ ਟੈਂਕੀ ਉੱਪਰ ਚੜ੍ਹ ਕੇ
ਪ੍ਰਦਰਸ਼ਨ ਕਰ ਰਿਹਾ, ਆਪਣੀ ਜਾਨ ਨੂੰ ਜੋਖਿਮ ਤੇ ਪਾ ਕੇ ਪ੍ਰਦਰਸ਼ਨ ਕਰ ਰਿਹਾ। ਪੰਜਾਬ ਟੀਵੀ ਦੇ ਲਈ ਜਲੰਧਰ ਤੋਂ ਕੈਮਰਾਮੈਨ ਸੰਜੇ ਦੇ ਨਾਲ ਕੁਲਦੀਪ ਦੀ ਰਿਪੋਰਟ। ਮੁਰਦਾਬਾਦ मुर्दाबाद मुर्दाबाद ਮਨੀਸ਼ ਫਾਜ਼ਿਲਕਾ ਜਿੰਦਾਬਾਦ जिंदाबाद जिंदाबाद ਵੋਟਾਂ ਵੇਲੇ ਬਾਪੂ ਕਹਿੰਦੇ मुड़ के साडी साह नहीं लेंदे ਹੱਕ ਲਵਾਂਗੇ ਏਕੇ ਨਾਲ लोड़ पई तां जुत्ती नाल ਹੱਕ ਲਵਾਂਗੇ ਏਕੇ ਨਾਲ लोड़ पई तां जुत्ती नाल ਕਾਂਗਰਸ ਸਰਕਾਰ ਮੁਰਦਾਬਾਦ मुर्दाबाद मुर्दाबाद ਹੱਕਾਂ ਲਈ ਜੋ ਲੜਦੇ ਲੋਕ जेलां तो नहीं डरदे लोग ਹੱਕਾਂ ਲਈ ਜੋ ਲੜਦੇ ਲੋਕ जेलां तो नहीं डरदे लोग ਮਨੀਸ਼ ਫਾਜ਼ਿਲਕਾ ਜਿੰਦਾਬਾਦ जिंदाबाद जिंदाबाद ਜਸਵੰਤ ਕਵਾਇਆ ਜਿੰਦਾਬਾਦ जिंदाबाद जिंदाबाद ਬੀਐਡ ਟੈਟ ਪਾਸ ਯੂਨੀਅਨ ਜਿੰਦਾਬਾਦ जिंदाबाद जिंदाबाद